ਸਤਿ ਸ਼੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਪਰਮਿੰਦਰ ਜੀ ਵੈਲਕਮ। ਸਤਿ ਸ਼੍ਰੀ ਅਕਾਲ ਜੀ ਗੁਰਜਿੰਦਰ ਜੀ, ਧੰਨਵਾਦ ਜੀ। ਪਰਮਿੰਦਰ ਜੀ, ਜਦੋਂ ਦਾ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਬਿਆਨ ਦਿੱਤਾ ਹਥਿਆਰ ਰੱਖਣ ਨੂੰ ਲੈ ਕੇ, ਉਦੋਂ ਤੋਂ ਬਾਅਦ ਲੱਗਦਾ ਕਿ ਸੂਬੇ ਦੀ ਸਿਆਸਤ ਇਸ ਬਿਆਨ ਦੇ ਆਲੇ ਦੁਆਲੇ ਹੀ ਕੇਂਦਰਿਤ ਹੋ। ਰਾਜਾ ਵੜਿੰਗ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ, ਉਹ ਕਹਿੰਦੇ ਕਿ ਅਸੀਂ ਅਪੀਲ ਕਰਦੇ ਹਾਂ ਜਥੇਦਾਰ ਸਾਹਿਬ ਇਸ ਅਹੁਦੇ ਤੋਂ ਹਟਾਏ ਜਾਣ। ਦੂਜੇ ਪਾਸੇ ਜਦੋਂ ਅਸੀਂ ਸੰਗਰੂਰ ਜਿਮਨੀ ਚੋਣ ਦੀ ਗੱਲ ਕਰਦੇ ਹਾਂ, ਕਈ ਵੱਡੇ ਨਾਮ ਨੇ ਜੋ ਸੰਗਰੂਰ ਤੋਂ ਚੋਣ ਲੜ ਸਕਦੇ ਨੇ। ਨਵਜੋਤ ਸਿੰਘ ਸਿੱਧੂ ਦਾ ਵੀ ਵਿੱਚ ਚਰਚਾ ਆਉਂਦਾ, ਭਾਵੇਂ ਹੁਣ ਉਹ ਜੇਲ੍ਹ ਦੇ ਵਿੱਚ ਨੇ। ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ, ਉਹਨਾਂ ਨੇ ਵੀ ਇੱਕ ਬਿਆਨ ਦਿੱਤਾ, ਉਹ ਵੀ ਆਪਣੀ ਰਣਨੀਤੀ ਬਣਾਏ ਬੈਠੇ ਨੇ। ਕਿਹੜੀਆਂ ਧਿਰਾਂ ਨੂੰ ਉਹ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਆ, ਵਿਰੋਧੀ ਧਿਰਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਆ, ਉਹਨਾਂ ਨੂੰ ਅਪੀਲ ਵੀ ਕਰ ਰਹੇ ਨੇ, ਉਹਦੇ ਤੇ ਵੀ ਗੱਲਬਾਤ ਕਰਾਂਗੇ। ਦੂਜੇ ਪਾਸੇ ਮੁੱਖ ਮੰਤਰੀ ਦੀ ਭੈਣ, ਉਹ ਵੀ ਤਮੰਨਾ ਰੱਖਦੇ ਨੇ ਕਿ ਸੰਗਰੂਰ ਤੋਂ ਕਿਉਂ ਨਾ ਮੈਂਬਰ ਪਾਰਲੀਮੈਂਟ ਦੀ ਚੋਣ ਮੈਂ ਲੜਾਂ। ਇੱਥੋਂ ਤੱਕ ਕਹਿ ਚੁੱਕੇ ਨੇ ਉਹ ਕਿ ਜੋ ਪਾਰਟੀ ਦਾ ਹੁਕਮ ਹੋਊਗਾ, ਸਾਨੂੰ ਮਨਜ਼ੂਰ ਹੋਊਗਾ, ਫਿਰ ਅਸੀਂ ਚੋਣ ਲੜਾਂਗੇ। ਹਾਲਾਂਕਿ ਪਰਿਵਾਰਵਾਦ ਦੇ ਖਿਲਾਫ ਆਹ ਪਾਰਟੀ ਖੜਦੀ ਆਈ ਹੈ, ਪੰਜਾਬ ਦੀ ਆਪ ਦੀ ਇਕਾਈ ਵੀ ਖੜਦੀ ਆਈ ਹੈ। ਦੂਜੇ ਪਾਸੇ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਕਰੋਨਾ ਕਾਲ ਦੇ ਵਿੱਚ ਪੰਜਾਬ ਦਾ, ਭਾਰਤ ਦਾ, ਅਥਾਹ ਦੁਨੀਆ ਦਾ ਨੁਕਸਾਨ ਹੋ ਗਿਆ। ਹੁਣ ਕਿੰਨੇ ਦੇਸ਼ਾਂ ਦੀ ਆਪਸੀ ਮੀਟਿੰਗ ਚੱਲੀ ਜਾਂਦੀ ਹੈ, ਜੋ ਵਰਲਡ ਇਕਨੋਮਿਕ ਫੋਰਮ ਬਣੀ ਹੋਈ ਹੈ, ਉਹ ਬੈਠ ਕੇ ਐਨਾਲਾਈਜ਼ ਕਰ ਰਹੇ ਨੇ ਉਸ ਮੀਟਿੰਗ ਨੂੰ। ਆਪਸੀ ਡਿਸਪਿਊਟ ਵੀ ਹੈ ਉਹਨਾਂ ਦਾ, ਇਸ ਮੀਟਿੰਗ ਦੇ ਵਿੱਚ ਕਈ ਗੱਲਾਂ ਨੂੰ ਲੈ ਕੇ ਮਤਭੇਦ ਵੀ ਹੈ, ਕਈ ਵਾਰ ਮੀਟਿੰਗ ਚ ਉੱਠ ਕੇ ਉਹ ਬਾਹਰ ਆ ਜਾਂਦੇ ਨੇ। ਪਰ ਜੋ ਅਹਿਮ ਤੱਥ, ਅਹਿਮ ਰਿਪੋਰਟਾਂ ਸਾਹਮਣੇ ਆਈਆਂ ਨੇ ਇਸ ਮੀਟਿੰਗ ਤੋਂ, ਉਸ ਅਹਿਮ ਗੱਲ ਕਰਨੀ ਵੀ ਬਣਦੀ ਹੈ ਕਿ ਇੰਨੇ ਸਮੇਂ, ਘੱਟ ਸਮੇਂ ਦੇ ਵਿੱਚ 2 ਸਾਲਾਂ ਦੇ ਦੌਰਾਨ 33 ਘੰਟਿਆਂ ਦੇ ਵਿੱਚ ਇੱਕ ਵਿਅਕਤੀ ਕਰੋੜਪਤੀ ਅਰਬਪਤੀ ਬਣ ਜਾਂਦਾ। ਦੂਜੇ ਪਾਸੇ 24 ਘੰਟਿਆਂ ਦੇ ਵਿੱਚ 2 ਮਜ਼ਦੂਰ ਤੇ 3 ਕਿਸਾਨ ਖੁਦਕੁਸ਼ੀ ਵੀ ਕਰਦੇ ਨੇ। ਸੰਸਾਰ ਪੱਧਰ ਦੇ ਉੱਤੇ 33 ਘੰਟਿਆਂ ਦੇ ਵਿੱਚ ਇੱਕ ਵਿਅਕਤੀ ਅਰਬਪਤੀ ਬਣਦਾ ਤੇ 5 ਖੁਦਕੁਸ਼ੀ ਕਰਦੇ ਨੇ। ਇਸ ਮਸਲੇ ਤੇ ਵੀ ਗੱਲਬਾਤ ਕਰਾਂਗੇ, ਪਰ ਸਭ ਤੋਂ ਪਹਿਲਾਂ ਆਪਾਂ ਗੱਲ ਸ਼ੁਰੂ ਕਰਦੇ ਹਾਂ ਕਿ ਜੋ ਹੁਣ ਪੰਜਾਬ ਦੇ ਵਿੱਚ ਵਾਪਰ ਰਿਹਾ, ਜੋ ਮੇਨ ਸਥਿਤੀ ਦੇ ਵਿੱਚ ਪੰਜਾਬ ਪਹੁੰਚਿਆ ਹੋਇਆ, ਜਦੋਂ ਅਸੀਂ ਚੋਣਾਂ ਦੀ ਗੱਲ ਕਰਦੇ ਹਾਂ, ਪੋਲੀਟੀਕਲ ਦੀ ਗੱਲ ਕਰਦੇ ਹਾਂ ਕਿ ਅਸੀਂ ਨਿੱਤ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਚੋਣ ਆਈ ਖੜੀ ਆ। ਦੂਜੇ ਪਾਸੇ ਪਰਮਿੰਦਰ ਜੀ, ਭਾਰਤ ਸਾਡੇ ਦੇਸ਼ ਦੇ ਵਿੱਚ ਇੱਕ ਚੋਣ ਖਤਮ ਹੁੰਦੀ ਹੈ, ਦੂਜੀ ਚੋਣ ਸਾਡੇ ਅੱਗੇ ਖੜੀ ਹੁੰਦੀ ਹੈ। ਪੰਜਾਬ ਦੇ ਵਿੱਚ ਸੰਗਰੂਰ ਤੋਂ ਬਾਈ ਇਲੈਕਸ਼ਨ ਹੋਣੀ ਹੈ। ਸਰਦਾਰ ਭਗਵੰਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਤੋਂ ਅਸਤੀਫਾ ਦੇ ਕੇ ਉਹ ਪੰਜਾਬ ਦੇ ਮੁੱਖ ਮੰਤਰੀ ਬਣ ਗਏ। ਉਸ ਤੋਂ ਬਾਅਦ ਹੁਣ ਖਾਲੀ ਹੈ ਕੁਰਸੀ। ਉਹ ਵੱਡੇ ਨਾਮ ਨੇ ਜਿਹੜੇ ਉੱਥੇ ਆਪਣਾ ਦਾਅ ਖੇਡਣਾ ਚਾਹੁੰਦੇ ਨੇ, ਪਰ ਪੰਥਕ ਆਗੂ ਗਿਣੇ ਜਾਂਦੇ। ਸਰਦਾਰ ਸਿਮਰਨਜੀਤ ਸਿੰਘ ਮਾਨ, ਉਹ ਕਹਿੰਦੇ ਨੇ ਕਿ ਮੈਂ ਇਲੈਕਸ਼ਨ ਲੜੂੰਗਾ। ਉਹਨਾਂ ਨੇ ਐਲਾਨ ਵੀ ਕਰਤਾ। ਤੇ ਖਾਸ ਗੱਲ ਇਹਦੇ ਚ ਆਹ ਕਿ ਉਹ ਕਹਿੰਦੇ ਕਿ ਜੋ ਪੰਥਕ ਪਾਰਟੀਆਂ ਨੇ, ਜੋ ਵਿਰੋਧੀ ਪਾਰਟੀਆਂ ਨੇ, ਸ਼੍ਰੋਮਣੀ ਅਕਾਲੀ ਦਲ, ਬਾਦਲ, ਸ਼੍ਰੋਮਣੀ ਅਕਾਲੀ ਦਲ, ਯੂਨਾਈਟਿਡ ਹੋ ਗਿਆ, ਤਮਾਮ ਜੋ ਪੰਥਕ ਫਰੰਟ ਨੇ, ਛੋਟੇ ਫਰੰਟ ਹੋਣ, ਵੱਡੇ ਫਰੰਟ ਹੋਣ, ਵੱਡੀਆਂ ਪਾਰਟੀਆਂ ਹੋਣ ਪੰਥਕ, ਅਸੀਂ ਸਾਰਿਆਂ ਨੂੰ ਵਿਰੋਧੀਆਂ ਨਾਲ ਲੈ ਕੇ ਚੱਲਾਂਗੇ ਤੇ ਅਸੀਂ ਅਪੀਲ ਕਰਦੇ ਹਾਂ ਕਿ ਮੇਰੀ ਤੁਸੀਂ ਮਦਦ ਕਰੋ। ਸਰਦਾਰ ਸਿਮਰਨਜੀਤ ਸਿੰਘ ਮਾਨ ਇਹ ਗੱਲ ਲੈ ਕੇ ਚੱਲ ਰਹੇ। ਦੇਖੋ, ਜੇ ਆਪਾਂ ਗੱਲ ਕਰਦੇ ਆ ਦੀ ਜੇ ਕੁਰਸੀ ਦੀ ਗੱਲ ਕਰਦੇ ਆ ਨਾ, ਚੋਣ ਦੀ ਗੱਲ ਕਰਦੇ ਆ, ਤਾਂ ਮੈਂ ਕਹਿੰਦਾ ਕਿ ਪਹਿਲਾਂ ਸਿਮਰਨਜੀਤ ਸਿੰਘ ਮਾਨ ਨੂੰ ਇਹ ਕਲੀਅਰ ਕਰ ਦੇਣਾ ਚਾਹੀਦਾ ਹੈ ਲੋਕਾਂ ਨੂੰ ਕਿ ਜਿਹੜੇ ਪੰਥਕ ਮਸਲੇ ਸੀ, ਜਿਨ੍ਹਾਂ ਦੇ ਉੱਤੇ ਅੱਜ ਤੱਕ ਰਾਜਨੀਤੀ ਕਰਦੇ ਆਏ ਆ ਸਿਮਰਨਜੀਤ ਸਿੰਘ ਮਾਨ ਹੋਰੀ, ਪੰਥਕ ਆਪਾਂ ਕਹਿ ਲਓ ਕਿ ਜਿਹੜੇ ਮਾਮਲੇ ਖੜੇ ਕੀਤੇ ਉਹਨਾਂ ਨੇ, ਵਿਚਾਰੇ, ਲੋਕਾਂ ਨਾਲ ਚਰਚਾ ਕੀਤੀ, ਜਾਂ ਜਿਨ੍ਹਾਂ ਨੂੰ ਉਭਾਰੇ ਆ, ਜਾਂ ਜਿਨ੍ਹਾਂ ਦੇ ਹੱਲ ਦੇ ਲਈ ਕਾਫੀ ਜੱਦੋ-ਜਹਿਦ ਕਰਦੇ ਨਜ਼ਰ ਵੀ ਆਉਂਦੇ ਆ। ਤੇ ਆਪਣੇ ਬਿਆਨਾਂ ਦੇ ਵਿੱਚ ਵੀ ਕਹਿੰਦੇ ਆ ਕਿ ਜ਼ਿੰਦਗੀ ਜਿਹੜੀ ਹੈਗੀ ਆ ਉਹ ਪੰਥਕ ਮਾਮਲਿਆਂ ਨੂੰ ਸੁਲਝਾਉਣ ਦੇ ਵਿੱਚ ਲੱਗੀ ਹੈ। ਤੇ ਕਾਫੀ ਤੁਹਾਨੂੰ ਪਤਾ ਹੈ ਕਿ ਲੋਕ ਸਭਾ ਦੇ ਵਿੱਚ ਗਏ ਸੀ ਜਦੋਂ, ਕਿਰਪਾਨ ਦਾ ਮਸਲਾ, ਉਹ ਸਾਰਾ ਪਤਾ ਹੀ, ਆਮ ਲੋਕਾਂ ਨੂੰ ਸਭ ਪਤਾ ਹੈ ਹਨਾ। ਸਵਾਲ ਇਹ ਬਣਦਾ ਕਿ ਹੁਣ ਤੱਕ ਜਦੋਂ ਸਿਮਰਜੀਤ ਸਿੰਘ ਮਾਨ ਨੇ ਜਦੋਂ ਤੱਕ ਲੋਕ ਸਭਾ ਚੋਣ ਸੰਗਰੂਰ ਲੜਨ ਦੀ ਇੱਛਾ ਜ਼ਾਹਰ ਨਹੀਂ ਸੀ ਕੀਤੀ, ਉਹ ਤੋਂ ਪਹਿਲਾਂ ਤੱਕ ਆਪਾਂ ਕਹਿ ਦੂ ਕਿ ਪੰਥਕ ਧਿਰ ਜਿਹੜੀ ਵੱਡੀ ਧਿਰ ਮੰਨੀ ਜਾਂਦੀ ਹੈ, ਸ਼੍ਰੋਮਣੀ ਅਕਾਲੀ ਦਲ, ਬਾਦਲ, ਉਹਦੇ ਬਾਰੇ ਸਥਿਤੀ, ਆਪਣੇ ਵਿਚਾਰ ਉਹ ਕਲੀਅਰ ਕਰ ਦੇਣਾ ਚਾਹੀਦਾ ਹੈ ਕਿ ਉਹਦੇ ਨਾਲ ਕਿਸ ਤਰ੍ਹਾਂ ਦੀ ਸਾਂਝ ਰਹੂਗੀ ਜਾਂ ਕਿਸ ਤਰ੍ਹਾਂ ਸਾਂਝ ਪਾਉਣਾ ਚਾਹੁੰਦੇ ਨੇ। ਜੇ ਤਾਂ ਕੁਰਸੀ ਦਾ ਮਸਲਾ ਸੀਗਾ ਕਿ ਕੁਰਸੀ ਹਾਸਲ ਹੋਵੇ, ਫਿਰ ਤਾਂ ਠੀਕ ਨੇ ਮਾਨ ਸਾਹਿਬ, ਪਰ ਹੁਣ ਇੱਥੇ ਆ ਕੇ ਜੇ ਤੁਸੀਂ ਕੁਰਸੀ ਦੇ ਲਈ
ਆ ਜਿਹੜੇ ਜਿੱਦਾਂ ਪਹਿਲਾਂ ਕਿਹਾ ਜਾਂਦਾ ਸੀ ਕਿ ਬੇੜਾ ਗਰਕ ਕੀਤਾ ਪੰਥ ਦਾ, ਠੀਕ ਹੈ, ਬੇਅਦਬੀ ਦੇ ਦੋਸ਼ੀ ਠਹਿਰਾਏ ਗਏ, ਬਾਦਲ ਪਰਿਵਾਰ ਨੂੰ ਮੂਹਰੇ ਲਿਆਂਦਾ ਗਿਆ ਤੇ ਹੋਰ ਮਸਲਿਆਂ ਦੇ ਉੱਤੇ ਕਿ ਪੰਜਾਬੀ ਪਾਰਟੀ ਬਣਾ ਲਈ, ਸ਼੍ਰੋਮਣੀ ਅਕਾਲੀ ਦਲ ਦਾ ਬੇੜਾ ਗਰਕ ਕਰਤਾ, ਬਾਦਲ ਨੇ ਨਿੱਜੀ ਪਾਰਟੀ ਸਮਝ ਲਈ, ਪੰਥ ਨੂੰ ਆਪਣਾ ਘਰ ਦਾ ਮਸਲਾ ਬਣਾ ਲਿਆ, ਪੰਥ ਹੁਣ ਬਾਦਲ ਪੰਥ ਬਾਦਲ ਹੀ ਮੰਨਿਆ ਜਾਂਦਾ ਹੈ। ਤੋ ਬੰਦੀ ਸਿੰਘਾਂ ਦੀ ਰਿਹਾਈ ਜਾਂ ਹੋਰ ਪੰਜਾਬੀ ਜਾਂ ਪੰਜਾਬੀਅਤ ਜਾਂ ਸਿੱਖ ਧਰਮ ਨਾਲ ਸੰਬੰਧਿਤ ਮਸਲੇ ਸੀ, ਉਹਨਾਂ ਦਾ ਦੋਸ਼ੀ ਮੰਨਿਆ ਜਾਂਦਾ ਸੀ ਤੇ ਬਕਾਇਦਾ ਤੌਰ ਤੇ ਸਿਮਰਜੀਤ ਸਿੰਘ ਮਾਨ ਹੋਰੀ ਵੀ ਇਹ ਮੰਨਦੇ ਸੀਗੇ, ਬਿਆਨ ਵੀ ਦਿੰਦੇ ਸੀਗੇ ਬਾਦਲ ਪਰਿਵਾਰ ਦੇ ਵਿਰੁੱਧ। ਹੁਣ ਬਾਦਲ ਪਰਿਵਾਰ ਦਾ ਜੇ ਸਹਿਯੋਗ ਮੰਗ ਰਹੇ ਆ ਤਾਂ ਕੀ ਉਹ ਸਾਰੀਆਂ ਕਮੀਆਂ ਪੇਸ਼ੀਆਂ ਬਾਦਲ ਪਰਿਵਾਰ ਦੀਆਂ ਜਿਹੜੀਆਂ ਉਹ ਠੀਕ ਹੋ ਗਈਆਂ, ਜਾਂ ਜੋ ਨੁਕਸਾਨ ਕੀਤਾ ਸੀ ਬਾਦਲ ਪਰਿਵਾਰ ਨੇ, ਜਿਨ੍ਹਾਂ ਦਾ ਹੋਕਾ ਦਿੰਦੇ ਫਿਰਦੇ ਸੀ ਜਾਂ ਢੰਡੋਰਾ ਪਿੱਟਦੇ ਫਿਰਦੇ ਸੀ, ਉਹ ਸਾਰੇ ਨੁਕਸਾਨ ਪੂਰੇ ਗਏ ਆ, ਜਾਂ ਸਿਰਫ ਕੁਰਸੀ ਲਈ ਕਿ ਚਲੋ ਮੈਂ ਸਭ ਤੋਂ ਪਹਿਲਾਂ ਦਾਅਵਾ ਠੋਕਦਾ, ਪਿਛਲੇ ਦਿਨੀ ਮੀਟਿੰਗ ਜੀ ਨਹੀਂ ਹੋਈ ਸੀ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ, ਸਾਰੀਆਂ ਧਿਰਾਂ ਇਕੱਠੀਆਂ ਹੋਈਆਂ ਸੀਗੀਆਂ ਤੇ ਉੱਥੇ ਖਾਲਿਸਤਾਨ ਦੀ ਮੰਗ ਦੀ ਹਮਾਇਤ ਦੀ, ਉਹ ਕਹਿੰਦੇ ਅੱਖ ਮਾਰ ਦੋ ਬਸ ਸਾਰਾ ਕੁਝ ਠੀਕ ਹੋ ਗਿਆ, ਠੀਕ ਹੈ। ਉਹ ਚੀਜ਼ਾਂ ਪੰਥਕ ਧਿਰਾਂ ਜੇ ਇਕੱਠੀਆਂ ਹੋਈਆਂ ਸੀ, ਕਿਤੇ ਉਹਦਾ ਲਾਹਾ ਲੈਣ ਲਈ ਪਹਿਲਾਂ ਹੀ ਮੂਹਰਲੀ ਕਤਾਰ ਜਾ ਕੇ ਖੜ ਗਏ ਹੁਣ ਕਿ ਮੈਂ ਹੀ ਬਸ ਮੈਂ ਪਹਿਲਾਂ ਦਾਅਵਾ ਠੋਕਦਾ, ਕਿਤੇ ਕੱਲ ਨੂੰ ਕੋਈ ਹੋਰ ਨਾ ਉੱਠ ਕੇ ਖੜਾ ਹੋ ਜੇ। ਮਤਲਬ ਕੁਰਸੀ ਦੇ ਲਈ ਇਹ ਸਾਰਾ ਕੁਝ ਹੁੰਦਾ ਰਿਹਾ ਹੁਣ ਤੱਕ। ਜੇ ਕਿਸੇ ਨੂੰ ਆਪਾਂ ਕਹਿ ਲਓ ਭੰਡਿਆ ਗਿਆ ਜਾਂ ਜੇ ਕਿਸੇ ਨੂੰ ਕਿਹਾ ਦੱਸਿਆ ਗਿਆ ਲੋਕਾਂ ਨੂੰ ਕਿ ਇਸ ਧਿਰ ਨੇ ਵੱਧ ਨੁਕਸਾਨ ਕੀਤਾ, ਪੰਥ ਦਾ ਨੁਕਸਾਨ ਕੀਤਾ, ਸਿੱਖ ਕੌਮ ਦਾ ਨੁਕਸਾਨ ਕੀਤਾ, ਸਿੱਖ ਨੌਜਵਾਨੀ ਦਾ ਨੁਕਸਾਨ ਕੀਤਾ, ਨਸ਼ਿਆਂ ਦੇ ਲਈ ਪੰਜਾਬ ਦੀ ਇਸ ਦੁਰਦਸ਼ਾ ਦੇ ਲਈ ਜੇ ਕੋਈ ਧਿਰਾਂ ਜਾਂ ਕੁਝ ਹੈ ਸੀ ਕਿਸੇ ਤਰ੍ਹਾਂ ਦਾ, ਚਾਹੇ ਕੋਈ ਪਰਿਵਾਰ ਸੀ, ਚਾਹੇ ਕੋਈ ਅਕਾਲੀ ਦਲ ਪਾਰਟੀ ਸੀ, ਚਾਹੇ ਕੋਈ ਸੀ, ਜੇ ਉਹਨਾਂ ਨੂੰ ਦੋਸ਼ੀ ਕਰਦਾਨਿਆ ਗਿਆ, ਇਹਨਾਂ ਵੱਲੋਂ ਬਿਆਨਬਾਜ਼ੀ ਕੀਤੀ ਗਈ ਹੈ ਕਿ ਜੇ ਅੱਜ ਸਾਥ ਮੰਗ ਰਹੇ ਨੇ ਕੁਰਸੀ ਦੇ ਲਈ ਤੇ ਸਾਰੇ ਪਾਪ ਗੁਨਾਹ ਜਾਂ ਜੋ ਕੁਝ ਕਹਿੰਦੇ ਸੀ ਇਹ ਸਾਰੇ ਧੋਤੇ ਗਏ, ਸਾਫ਼ ਹੋ ਗਏ ਉਹਨਾਂ ਪਾਰਟੀਆਂ ਦੇ। ਯਾਨੀ ਇਹਨਾਂ ਨੂੰ ਮਤਲਬ ਕਹਿ ਲਓ ਕਿ ਕੁਰਸੀ ਦਿਓ ਤੇ ਬਾਕੀ ਸਭ ਕੁਝ ਸਾਫ਼ ਹੈ, ਬਾਕੀ ਪੰਥ ਸਭ ਠੀਕ ਹੈ। ਇਹ ਆਪਣੇ ਆਪ ਨੂੰ ਪੰਥ ਮੰਨਦੇ ਨੇ ਸਾਰੇ ਹੀ ਬੰਦੇ, ਚਾਹੇ ਕੋਈ ਵੀ ਧਿਰ ਹੈ, ਚਾਹੇ ਅਕਾਲੀ ਦਲ ਬਾਦਲ ਹੈ, ਚਾਹੇ ਅਕਾਲੀ ਦਲ ਕੋਈ ਹੋਰ ਆ ਕਿਸੇ ਤਰ੍ਹਾਂ ਦਾ, ਉਹ ਕਹਿੰਦੇ ਨੇ ਕਿ ਪੰਥ ਅਸੀਂ ਹੀ ਹਾਂ, ਜੇ ਸਾਨੂੰ ਕੋਈ ਖਤਰਾ ਹੈ ਕਿਸੇ ਤਰ੍ਹਾਂ ਦਾ ਤਾਂ ਪੰਥ ਨੂੰ ਖਤਰਾ ਹੈ, ਜੇ ਅਸੀਂ ਸੁੱਖੀ ਸ਼ਾਂਤੀ ਹੈ ਤਾਂ ਪੰਥ ਸੁੱਖ ਸਾਂਦ ਹੈ, ਜੇ ਅਸੀਂ ਸ਼ਾਂਤੀ ਚ ਤਾਂ ਪੰਥ ਸ਼ਾਂਤੀ ਚ, ਜੇ ਸਾਡੇ ਕੋਲ ਸੱਤਾ ਆ ਤਾਂ ਪੰਥ ਸੱਤਾ ਚ। ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਸ਼ੋਭਾ ਨਹੀਂ ਦਿੰਦੀਆਂ। ਚਾਹੀਦਾ ਤਾਂ ਇਹ ਸੀ ਕਿ ਜੋ ਜਿੱਦਾਂ ਪਹਿਲਾਂ ਲੜਦੇ ਆਏ ਚੋਣਾਂ ਉਦਾਂ ਤੁਸੀਂ ਵੀ ਲੜ ਸਕਦੇ ਹੋ, ਆਜ਼ਾਦ ਹੈ ਬੰਦਾ ਹਰ ਇੱਕ ਚੋਣ ਲੜਨ ਦਾ, ਅਧਿਕਾਰ ਪ੍ਰਾਪਤ ਹੈ ਸੰਵਿਧਾਨ ਵੱਲੋਂ, ਤੇ ਕੋਈ ਵੀ ਚੋਣ ਲੜ ਸਕਦਾ, ਕਿਸੇ ਤਰ੍ਹਾਂ ਵੀ ਲੜ ਸਕਦਾ। ਇਹ ਕੋਈ ਗੱਲ ਨਹੀਂ ਹੈਗੀ ਕਿ ਇਹਨਾਂ ਬੰਦਿਆਂ ਨੇ ਲੜਨੀਆਂ ਜਾਂ ਇਹਨਾਂ ਨੇ ਠੇਕਾ ਲਿਆ ਹੋਇਆ ਬਾਕੀ ਕੋਈ ਲੜ ਨਹੀਂ ਸਕਦਾ, ਕੋਈ ਕਿਤੋਂ ਵੀ ਚੋਣ ਲੜ ਸਕਦਾ, ਕਾਨੂੰਨੀ ਜੀ ਤੌਰ ਤੇ ਉਹਨੂੰ ਮਾਨਤਾ ਮਿਲੀ ਹੋਈ ਹੈ ਤੇ ਉਹ ਲੜ ਸਕਦਾ। ਪਰ ਇਹ ਧਿਰਾਂ ਦਾ ਸਹਿਯੋਗ ਮੰਨਣਾ, ਜਾਂ ਚਲੋ ਜੇ ਮੰਨ ਲਿਆ ਜੇ ਪੰਥਕ ਧਿਰਾਂ ਇਕੱਠੀਆਂ ਹੁੰਦੀਆਂ ਨੇ, ਪਾਰਟੀਆਂ ਇਕੱਠੀਆਂ ਹੁੰਦੀਆਂ ਨੇ, ਤਾਂ ਕੀ ਇਹਨਾਂ ਦੀ ਸੋਚ ਇੱਕ ਰਹਿ ਜੂ? ਕੱਲ ਨੂੰ ਜੇ ਕੋਈ ਕੁਰਸੀ ਤੇ ਬੈਠਦੇ ਨੇ, ਇਹ ਕੋਈ ਬਾਦਲ ਪਰਿਵਾਰ ਜੇ ਕਹਿੰਦਾ ਕਿ ਮੈਂ ਸਿਮਰਜੀਤ ਸਿੰਘ ਮਾਨ ਦਾ ਸਾਥ ਦਿੰਦਾ, ਤੇ ਕੱਲ ਨੂੰ ਕੋਈ ਮਸਲਾ ਲੈ ਕੇ ਚੱਲ ਗਿਆ ਬਾਦਲ ਪਰਿਵਾਰ, ਉਹ ਕਹੇ ਕਿ ਇਦਾਂ ਕਰਨਾ, ਸਿਮਰਜੀਤ ਸਿੰਘ ਮਾਨ ਸਾਹਿਬ ਤੁਹਾਡਾ ਸਾਥ ਦਿਆ ਸੀ, ਕਿ ਮਾਨ ਸਾਹਿਬ ਪਿੱਛੇ ਹਟ ਜਾਣਗੇ ਜੇ ਉਹ ਪੰਥ ਵਿਰੋਧੀ ਹੋਇਆ ਕੰਮ? ਫੇਰ ਯਾਨੀ ਕਿ ਮਤਲਬ ਬਿਨਾਂ ਸੋਚੇ ਸਮਝੇ ਮੇਰੇ ਖਿਆਲ ਬਿਆਨ ਦਿੱਤਾ ਗਿਆ। ਚਾਹੁੰਦੇ ਤਾਂ ਸਾਰੇ ਹੀ ਨੇ ਇੱਕ ਪਲੇਟਫਾਰਮ ਤੇ ਇਕੱਠੇ ਹੋ, ਪਰ ਗੱਲ ਹੈ ਕਿ ਮਸਲੇ ਕਿੱਥੇ ਜਾਣਗੇ ਫਿਰ? ਜੇ ਮਸਲਿਆਂ ਦੀ ਗੱਲ ਸੀ ਫਿਰ ਇਕੱਠੇ ਪਹਿਲਾਂ ਕਿਉਂ ਨਹੀਂ ਹੋਏ? ਇੰਨੇ ਅਕਾਲੀ ਦਲ ਕਿਵੇਂ ਬਣ ਗਏ? ਚੌਧਰ ਦੀ ਭੁੱਖੇ ਤਾਂ ਚੌਧਰ ਦੇ ਹੀ ਨੇ। ਇੱਕ ਬੰਦੇ ਨੂੰ ਹਟਾਉਣਾ ਕਿੱਡੀ ਵੱਡੀ ਗੱਲ ਹੁੰਦੀ ਹੈ ਗੁਰਜਿੰਦਰ ਜੀ। ਜੇ ਸਾਰੀਆਂ ਧਿਰਾਂ ਇਕੱਠੀਆਂ ਹੋ ਜਾਣ, ਇਹ ਕਹਿਣ ਕਿ ਨਹੀਂ ਇਹ ਪੰਥ ਦੀ ਗੱਲ ਹੈ, ਇੱਥੇ ਪੰਥਕ ਸੋਚ ਦੀ ਗੱਲ ਹੈ, ਇੱਥੇ ਪੰਥਕ ਮਸਲਿਆਂ ਦੀ ਗੱਲ ਹੈ, ਇੱਥੇ ਸਿੱਖੀ ਪੰਜਾਬੀਅਤ ਦੀ ਗੱਲ ਹੈ, ਤੇ ਇੱਥੇ ਤੁਹਾਨੂੰ ਕਿਸੇ ਨੂੰ ਆਜ਼ਾਦ ਤੌਰ ਤੇ ਆਪਾਂ ਕਹਿ ਲਓ ਕਿ ਵਿਰੋਧੀ ਫੈਸਲੇ ਲੈਣ ਦਾ ਕੋਈ ਹੱਕ ਨਹੀਂ ਹੈਗਾ। ਸਾਰੇ ਇਕੱਠੇ ਹੋ ਕੇ ਜੇ ਇੱਕ ਬੰਦੇ ਨੂੰ ਘੇਰਨ, ਮੇਰੇ ਖਿਆਲ ਨਾਲ ਇਹ ਕਦੋਂ ਦਾ ਮਸਲਾ ਹੱਲ ਹੋ ਜਾਂਦਾ। ਪਰ ਨਹੀਂ, ਇਹ ਕਹਿੰਦੇ ਕਿ ਉਹ ਕਿਉਂ ਬਣ ਰਿਹਾ ਪ੍ਰਧਾਨ, ਮੈਂ ਕਿਉਂ ਨਹੀਂ, ਮੇਰੇ ਕੋਲ ਕੁਰਸੀ ਕਿਉਂ ਨਹੀਂ? ਠੀਕ ਹੈ, ਬਾਕੀ ਤੁਹਾਨੂੰ ਪਤਾ ਹੀ ਹੈ ਕਿ ਫੰਡਾਂ ਦਾ ਵੀ ਰੌਲਾ ਹੈ ਬਹੁਤ ਸਾਰਾ, ਉਹ ਚਲੋ ਵੱਖਰੀ ਗੱਲ ਹੈ, ਸਭ ਨੂੰ ਪਤਾ ਇਹਨਾਂ ਗੱਲਾਂ ਦਾ, ਪਰ ਸੋਚ ਇੱਕ ਨਹੀਂ ਹੈਗੀ, ਨਾ ਹੋ ਸਕਦੀ ਹੈ, ਨਾ ਹੀ ਕਿਸੇ ਨੇ ਸਾਥ ਦੇਣਾ। ਏਦਾਂ ਜੇ ਕੋਈ ਗੱਲ ਕਰਨੀ ਹੋਵੇ ਤਾਂ ਉਹ ਇਹ ਉਦੋਂ ਤੱਕ ਨਹੀਂ ਹੋ ਸਕਦੀ ਸੰਭਵ ਜਦੋਂ ਤੱਕ ਇਹ ਕੁਰਸੀਆਂ ਦੇ ਲਾਲਚ ਛੱਡ ਕੇ ਜਾਂ ਸੱਤਾ ਦੇ ਲਾਲਚ ਛੱਡ ਕੇ ਜਾਂ ਪਾਵਰ ਦਾ ਲਾਲਚ ਛੱਡ ਕੇ ਆ ਕੇ ਇੱਕ ਬੈਂਚ ਤੇ ਬੈਠ ਕੇ ਇੱਕ
ਪਲੇਟਫਾਰਮ ਤੇ ਇਕੱਠੇ ਹੋ ਕੇ ਇੱਕ ਮੰਚ ਤੇ ਆ ਕੇ ਇਕੱਲੇ ਔਰ ਸਿਰਫ ਤੇ ਸਿਰਫ ਪੰਥ ਬਾਰੇ ਨਹੀਂ ਸੋਚਦੇ ਜਾਂ ਪੰਜਾਬੀਅਤ ਬਾਰੇ ਨਹੀਂ ਸੋਚਦੇ, ਪੰਜਾਬੀਆਂ ਬਾਰੇ ਨਹੀਂ ਸੋਚਦੇ। ਤੇ ਉਦੋਂ ਤੱਕ ਇਹ ਸਿਰਫ ਮਸਲਾ ਸੱਤਾ ਨਾਲ ਜੁੜਿਆ ਹੈ। ਸਾਰੇ ਸੱਤਾ ਦੇ ਭੁੱਖੇ ਨੇ, ਇੱਧਰ ਨੂੰ ਦੌੜੇ ਫਿਰਦੇ ਨੇ ਸਾਰੇ ਕਿ ਇਕੱਠੇ ਹੋ ਜਾਓ, ਮੈਨੂੰ ਹੀ ਫਾਇਦਾ ਦੇ ਦਿਓ ਬਸ। ਉਹੀ ਕੰਮ ਜਿਹੜਾ ਹੈਗਾ ਮਾਨ ਸਾਹਿਬ ਦੇ ਇਸ ਬਿਆਨ ਤੋਂ ਝਲਕਦਾ ਨਜ਼ਰ ਆਉਂਦਾ ਜੀ। ਦੂਜੇ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਵੱਲੋਂ ਜੋ ਬਿਆਨ ਦਿੱਤਾ ਗਿਆ ਸੀ, ਉਹਨੂੰ ਲੈ ਕੇ ਉਹ ਘਿਰਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਪ੍ਰਤੀਕਰਮ ਸਾਰੇ ਸਿਆਸਤਦਾਨਾਂ ਵੱਲੋਂ ਦਿੱਤਾ ਜਾ ਰਿਹਾ, ਪਰ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ, ਉਹ ਕਹਿੰਦੇ ਕਿ ਜਥੇਦਾਰ ਸਾਹਿਬ ਨੂੰ ਇਸ ਅਹੁਦੇ ਤੋਂ ਹਟਾਇਆ ਜਾਵੇ, ਅਸੀਂ ਅਪੀਲ ਕਰ। ਗੁਰਜਿੰਦਰ ਜੀ, ਇਹ ਬਿਆਨ ਦੇਣਾ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ, ਇਹਨੂੰ ਤਾਂ ਬਿਆਨ ਨੂੰ ਵੈਸੇ ਹੀ ਉਛਾਲਿਆ ਗਿਆ। ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਇਹ ਬਿਆਨ ਕੋ ਜੇ ਤਾਂ ਸੰਵਿਧਾਨ ਕਾਨੂੰਨ ਦੇ ਉਲਟ ਹੈ ਫਿਰ ਤਾਂ ਆਪਾਂ ਮੰਨ ਸਕਦੇ ਹਾਂ ਕਿ ਹਾਂ ਇਹ ਫੈਸਲਾ ਗਲਤ ਹੋ ਸਕਦਾ ਹੈ। ਇਹ ਜਥੇਦਾਰ ਨੇ ਥੋੜੀ ਜਾਰੀ ਕਰਨੇ ਨੇ ਲਾਇਸੈਂਸ, ਨਾ ਜਥੇਦਾਰ ਸਾਹਿਬ ਨੇ ਕੋਈ ਲਾਇਸੈਂਸ ਦੇਣ ਦੀ ਕੋਈ ਠੇਕਾ ਲਿਆ ਹੋਇਆ, ਨਾ ਹੀ ਕਿਸੇ ਨੂੰ ਉਹਨਾਂ ਨੇ ਪਹਿਲਾਂ ਕਦੇ ਏਦਾਂ ਦੀ ਅਪੀਲ ਨਹੀਂ ਹੋਈ। ਜੇ ਅੱਜ ਤੱਕ ਲਾਇਸੈਂਸ ਬਣੇ ਨੇ, ਕੀ ਜਥੇਦਾਰ ਸਾਹਿਬ ਦਾ ਹੁਕਮ ਹੋਇਆ ਜਾਂ ਉੱਥੋਂ ਦਾ ਅਕਾਲ ਤਖਤ ਸਾਹਿਬ ਦਾ ਹੁਕਮ ਹੋਇਆ ਸੀ ਵੀ ਯਾਰ ਲਾਇਸੈਂਸੀ ਹਥਿਆਰ ਬਣਾਓ? ਜਿਨ੍ਹਾਂ ਨੇ ਬਣਾਉਣਾ ਤਾਂ ਬਣਾਈ ਜਾਂਦੇ ਨੇ। ਤਾਂ ਇੱਕ ਵੈਸੇ ਹੀ ਆਪਾਂ ਕਹਿ ਸਕਦੇ ਹਾਂ ਕਿ ਅਸੀਂ ਇਹਨੂੰ ਰਾਜਨੀਤਿਕ ਤੌਰ ਤੇ ਨਹੀਂ ਦੇਖ ਰਹੇ। ਜਿਹੜੇ ਲੋਕਾਂ ਨੇ ਇਹਨੂੰ ਰਾਜਨੀਤਿਕ ਤੌਰ ਤੇ ਦੇਖਿਆ ਉਹ ਬਿਆਨ ਦੇ ਰਹੇ ਨੇ, ਚਾਹੇ ਉਹ ਭਗਵੰਤ ਮਾਨ ਹੋਰੀ ਨੇ, ਸੀਐਮ ਨੇ, ਉਹਨਾਂ ਨੇ ਵੀ ਕਿਹਾ ਕਿ ਗੁਰਬਾਣੀ ਦੇ ਪ੍ਰਚਾਰ ਦੀ ਗੱਲ ਕਰੋ। ਠੀਕ ਹੈ, ਜੇ ਗੱਲ ਤਾਂ ਇਹ ਹੈ ਕਿ ਗੁਰਬਾਣੀ ਦੇ ਵਿੱਚ ਜੇ ਕੁਝ ਗੱਲ ਹੈਗੀ ਹੈ ਤਾਂ ਉਹਦਾ ਪ੍ਰਚਾਰ ਹੋ ਰਿਹਾ ਜਾਂ ਕਰ ਰਿਹਾ, ਉਹ ਕਿਸੇ ਤੋਂ ਪੁੱਛ ਕੇ ਜਾਂ ਕਿਸੇ ਦੀ ਸਲਾਹ ਨਾਲ ਥੋੜੀ ਕਰਿਆ ਜਾਊਗਾ ਜਾਂ ਕੀਤਾ ਜਾਊਗਾ। ਜਿਹੜੇ ਕਰ ਰਹੇ ਨੇ ਇਹਨਾਂ ਨੂੰ ਤਾਂ ਪਤਾ ਹੈ ਕਿ ਇਹਨਾਂ ਨੇ ਨਾ ਪ੍ਰਚਾਰ ਕਰਨਾ ਹੈ ਤੇ ਕਰੇ ਰਹੇ ਨੇ, ਕਿੰਨਾ ਕਰ ਰਹੇ ਨੇ ਇਹ ਵੀ ਸਭ ਨੂੰ ਪਤਾ ਹੀ ਆ। ਤੇ ਜੇ ਏਦਾਂ ਦਾ ਬਿਆਨ ਦਿੱਤਾ ਤਾਂ ਇਹਦੇ ਤੇ ਰਾਜਨੀਤੀ ਕਰਨ ਦੀ ਕੋਈ ਲੋੜ ਨਹੀਂ ਹੈਗੀ ਬਹੁਤੀ। ਦੇਖੋ, ਜਿਨ੍ਹਾਂ ਕੋਲ ਹਥਿਆਰ ਨੇ ਕੀ ਉਹ ਬੰਦੇ ਹੀ ਮਾਰਦੇ ਫਿਰਦੇ ਨੇ? ਕਿ ਉਹਨਾਂ ਕਰਕੇ ਗ੍ਰਹਿ ਯੁੱਧ ਛਿੜ ਗਏ ਜਾਂ ਉਹਨਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ? ਜਿਨ੍ਹਾਂ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋਇਆ ਉਹਨਾਂ ਕੋਲ ਲਾਇਸੈਂਸੀ ਹਥਿਆਰ ਨਹੀਂ ਹੈਗੇ। ਚਾਹੀਦਾ ਤਾਂ ਇਹ ਹੈ ਕਿ ਉਹ ਜਿਹੜੇ ਲਾਇਸੈਂਸੀ ਹਥਿਆਰ ਨਹੀਂ ਹੈਗੇ ਉਹ ਕਿੱਥੋਂ ਆਏ, ਕੌਣ ਲਿਆਂਦਾ ਉਹਨਾਂ ਨੂੰ? ਸਮਗਲਿੰਗ ਹੁੰਦੀ ਹੈ, ਇਲੀਗਲ ਤਰੀਕੇ ਨਾਲ ਆਉਂਦੇ ਨੇ, ਉਹਨਾਂ ਨੂੰ ਤਾਂ ਰੋਕਿਆ ਨਹੀਂ ਇਹਨਾਂ ਨੇ, ਉਹਨਾਂ ਦੇ ਬਾਰੇ ਤਾਂ ਕਦੇ ਗੱਲ ਨਹੀਂ ਕੀਤੀ। ਉਹ ਬਕਾਇਦਾ ਤੌਰ ਤੇ ਹੱਥਾਂ 'ਚ ਫੜ ਕੇ ਫਿਰਦੇ ਨੇ ਲੋਕ, ਗੈਂਗਸਟਰ ਫਿਰਦੇ ਨੇ ਜਾਂ ਲੁੱਟਾਂ ਖੋਹਾਂ ਕਰਨ ਵਾਲੇ, ਉਹ ਲਾਇਸੈਂਸੀ ਹਥਿਆਰਾਂ ਨਾਲ ਕਰਦੇ ਨੇ। 2015 ਤੱਕ 3.5 ਲੱਖ ਤੋਂ ਉੱਪਰ ਲਾਇਸੈਂਸੀ ਹਥਿਆਰ ਸੀਗੇ ਪੰਜਾਬ ਦੇ ਵਿੱਚ। ਤੇ ਕੀ ਹੋਇਆ ਫਿਰ? ਕਿਹੜੀ ਘਟਨਾ ਐਸੀ ਵਾਪਰ ਗਈ ਲਾਇਸੈਂਸੀ ਹਥਿਆਰਾਂ ਨਾਲ? ਇਹ ਤਾਂ ਇੱਕ ਆਤਮ ਰੱਖਿਆ ਲਈ ਹੈ, ਕਾਨੂੰਨ ਬਣਿਆ ਹੋਇਆ, ਕਾਨੂੰਨ ਇਹਦੀ ਇਜਾਜ਼ਤ ਦਿੰਦਾ ਹੈ, ਇੱਕ ਪ੍ਰੋਸੈਸ ਬਣਿਆ ਹੈ, ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪੈਂਦਾ ਹੈ। ਪੁਲਿਸ ਦੀ ਪ੍ਰਕਿਰਿਆ ਵੀ ਹੈਗੀ ਆ, ਸਿਵਲ ਪ੍ਰਸ਼ਾਸਨ ਦੀ ਵੀ ਹੈਗੀ ਆ, ਗ੍ਰਹਿ ਵਿਭਾਗ ਵੀ ਇਨਵੋਲਵ ਆ। ਇਹਨਾਂ ਨੂੰ ਕੀ ਤਕਲੀਫ ਆ? ਜੇ ਕਾਨੂੰਨ ਆਗਿਆ ਦਿੰਦਾ, ਇਹ ਕੌਣ ਹੁੰਦੇ ਨੇ ਰੋਕਣ ਵਾਲੇ? ਜੇ ਰਾਜਾ ਵੜਿੰਗ ਕਹਿੰਦਾ ਵੀ ਦੱਸਣ ਜਥੇਦਾਰ ਸਾਹਿਬ ਕਿ ਸਿੱਖਾਂ ਨੂੰ ਕਿਹੜਾ ਖਤਰਾ ਹੈ। ਤੁਸੀਂ ਅੱਜ ਗੱਲ ਚੱਕ ਲਈ, ਕਦੇ 84 ਦੇ ਵੇਲੇ ਜਿਹੜੇ ਦੰਗੇ ਹੋਏ, ਨਸਲਕੁਸ਼ੀ ਹੋਈ ਹੈ, ਤੁਸੀਂ ਕਦੇ ਮੰਗ ਕੀਤੀ ਕਿ ਕਾਂਗਰਸੀਆਂ ਨੂੰ ਸਜ਼ਾ ਦਿੱਤੀ ਜਾਵੇ? ਜਿਹੜੇ ਬੇਦੋਸ਼ੇ ਮਾਰੇ ਤੁਸੀਂ, ਕਾਂਗਰਸ ਨੇ ਇੱਥੇ ਅਟੈਕ ਕਰਵਾਇਆ ਜਾਂ ਬਾਅਦ ਦੇ ਵਿੱਚ ਐਡੇ ਨੌਜਵਾਨ ਜਿਨ੍ਹਾਂ ਦੇ ਐਨਕਾਊਂਟਰ ਹੋਏ, ਉਹਨਾਂ ਬਾਰੇ ਕਦੇ ਜ਼ੁਬਾਨ ਖੋਲੀ ਆ? ਨਾਲੇ ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਇਹ ਤਾਂ ਮੂਰਖਤਾ ਭਰੀਆਂ ਗੱਲਾਂ ਨੇ। ਜਦੋਂ ਆਪਾਂ ਨੂੰ ਪਤਾ ਹੈ ਕਿ ਹਰ ਇੱਕ ਬੰਦੇ ਜਿਸ ਕੋਲ ਕੈਪੈਸਿਟੀ ਹੈਗੀ ਹੈ, ਜਿਸ ਕੋਲ ਯੋਗਤਾ ਹੈਗੀ ਹੈ, ਜਿਹੜੀਆਂ ਸ਼ਰਤਾਂ ਕਾਨੂੰਨ ਮੁਤਾਬਕ ਰੱਖੀਆਂ ਗਈਆਂ ਨੇ, ਜੇ ਉਹਨਾਂ ਮੁਤਾਬਕ ਕੋਈ ਅਸਲਾ ਖਰੀਦਣ ਦਾ, ਰੱਖਣ ਦਾ ਚਾਹਵਾਨ ਹੈਗਾ, ਚਾਹੇ ਉਹ ਮਾਡਰਨ ਵੈਪਨ ਹੈ, ਚਾਹੇ ਕੋਈ ਦੂਜਾ ਆ, ਜੋ ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰਕੇ ਪੂਰਾ ਪ੍ਰੋਸੈਸ ਦੇ ਵਿੱਚੋਂ ਲੰਘ ਕੇ ਲਾਇਸੈਂਸ ਲੈਂਦਾ, ਤਾਂ ਇਹ ਕੌਣ ਹੁੰਦੇ ਨੇ ਰੋਕਣ ਵਾਲੇ ਜਾਂ ਕਹਿਣ ਵਾਲੇ? ਇਹ ਜਾਂ ਇਹ ਸਾਬਤ ਕਰਨ ਗੁਰਜਿੰਦਰ ਜੀ ਕਿ ਜਿਹੜੇ ਇਹ ਪੋਲੀਟੀਸ਼ੀਅਨ ਨੇ, ਇਹਨਾਂ ਕੋਲ ਕਦੇ ਲਾਇਸੈਂਸੀ ਹਥਿਆਰ ਨਹੀਂ ਸੀ, ਜਾਂ ਇਹਨਾਂ ਦੇ ਬਜ਼ੁਰਗਾਂ ਕੋਲ ਨਹੀਂ ਸੀਗੇ, ਜਾਂ ਇਹਨਾਂ ਦੇ ਪਰਿਵਾਰ 'ਚ ਕਿਸੇ ਕੋਲ ਲਾਇਸੈਂਸ ਹੈ ਹੀ ਨਹੀਂ ਹਥਿਆਰਾਂ ਦਾ। ਜਦੋਂ ਇਹ ਆਪ ਰੱਖੀ ਫਿਰਦੇ ਨੇ, ਇਹਨਾਂ ਨੂੰ ਕਿਤੋਂ ਖਤਰਾ ਹੈ ਬਈ? ਜੇ ਕਹਿੰਦੇ ਨੇ ਅਸੀਂ ਤਾਂ ਰਾਜਨੀਤਿਕ ਲੋਕ ਆ, ਤੇ ਨਾ ਉਹ ਰਾਜਨੀਤੀ 'ਚ ਜੇ ਖਤਰਾ, ਕਿਉਂ ਲੈਂਦੇ ਹੋ ਲਾਇਸੈਂਸੀ ਹਥਿਆਰ? ਪਹਿਲਾਂ ਆਪਣੇ ਲਾਇਸੈਂਸ ਵਾਪਸ ਕਰੋ। ਇਹ ਗੱਲਾਂ ਸਿਰਫ ਰਾਜਨੀਤੀ ਖੇਡੀ ਜਾ ਰਹੀ ਹੈ, ਇਹਦੇ ਤੇ ਰਾਜਨੀਤੀ ਕੀਤੀ ਜਾ ਰਹੀ ਹੈ। ਕਿਸੇ ਨੂੰ ਕੋਈ ਖਤਰਾ ਨਹੀਂ ਹੈਗਾ। ਕੀ ਕੇਵਲ ਸਿੱਖਾਂ ਕੋਲ ਨੇ ਲਾਇਸੈਂਸੀ ਹਥਿਆਰ? ਪੁੱਛਿਆ ਜਾਵੇ ਜੇ ਇਹਨਾਂ ਨੂੰ, ਤੇ ਕੀ ਸਿੱਖਾਂ ਤੋਂ ਹੀ ਖਤਰਾ ਹੋ ਜਾਂਦਾ ਇਹਨਾਂ ਨੂੰ?
ਐਵੇਂ ਬਿਨਾਂ ਵਜ੍ਹਾ ਤੋਂ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੇ। ਭਾਜਪਾ ਕੋਲ ਮੌਕਾ ਮਿਲ ਜਾਂਦਾ ਭਾਜਪਾ ਨੂੰ ਤਾਂ ਜਦੋਂ ਇਦਾਂ ਦੀ ਗੱਲ ਆਉਂਦੀ ਆ, ਠੀਕ ਹੈ। ਆਪ ਇਹ ਗੁੰਡੇ ਪਾਲੀ ਫਿਰਦੇ ਨੇ, ਜਿਹੜੇ ਆ ਬਾਉਂਸਰ ਰੱਖੀ ਫਿਰਦੇ ਨੇ ਲੋਕ ਬਿਨਾਂ ਗੱਲਾਂ ਤੋਂ। ਹਥਿਆਰਾਂ ਦੀਆਂ ਗੱਲਾਂ ਕਿੱਥੇ ਨਹੀਂ ਹੁੰਦੀਆਂ, ਫਿਲਮਾਂ 'ਚ ਹੁੰਦੀਆਂ ਨੇ, ਰੋਕਿਆ ਕਦੀ? ਆ ਕਲਾਕਾਰ ਸ਼ਰੇਆਮ ਕਰਦੇ ਨੇ, ਰੋਕਿਆ ਕਦੀ? ਜਾਂ ਬਿਲਕੁਲ ਉਹਨਾਂ ਨਾਲ ਕੀ ਤੁਸੀਂ ਕ੍ਰਾਂਤੀਆਂ ਆ ਗਈਆਂ, ਕਿੱਡੇ ਇਨਕਲਾਬ ਲਿਆਏ ਲਾਇਸੈਂਸੀ ਹਥਿਆਰਾਂ ਵਾਲੇ। ਇੱਕ ਸੈਲਫ ਪ੍ਰੋਟੈਕਸ਼ਨ ਦੇ ਲਈ ਰੱਖਿਆ ਜਾਂਦਾ ਹੈ, ਜੀ ਕਿਸੇ ਮਜ਼ਲੂਮ ਦੀ ਰੱਖਿਆ ਵੀ ਹੋ ਜਾਂਦੀ ਹੈ। ਤੇ ਇਹ ਗੱਲਾਂ ਸਿਰਫ ਬੇਤੁਕੀਆਂ ਨੇ, ਇਹਨਾਂ ਕੋਲ ਮੁੱਦਾ ਕੋਈ ਨਹੀਂ, ਇਹ ਤਾਂ ਫੜ ਲੈਂਦੇ ਨੇ ਬਿਆਨ ਨੂੰ। ਦੂਜਾ ਹੈਗਾ ਟੀਵੀ ਦੇ ਵਿੱਚ ਚਰਚਾ ਲਈ ਬੁਲਾ ਲਿਆ ਜਾਂਦਾ, ਬਿਨਾਂ ਗੱਲ ਤੋਂ ਉਛਾਲ ਲਈ ਜਾਂਦੀ ਹੈ ਇਹ ਚੀਜ਼। ਆਜੋ ਜੀ, ਟੀਵੀ ਦੇ ਵਿੱਚ ਬੈਠਣ ਲਈ ਹਰੇਕ ਬੰਦਾ ਤਿਆਰ ਹੈ। ਹੁਣ ਸਮਝ ਤੋਂ ਬਾਹਰ ਹੈ ਕਿ ਜਿਸ ਚੀਜ਼ ਦੀ ਸੰਵਿਧਾਨ ਕਾਨੂੰਨ ਆਗਿਆ ਦੇ ਰਿਹਾ ਹੈ, ਤੁਸੀਂ ਕੌਣ ਹੁੰਦੇ ਹੋ ਕਿੰਤੂ ਪਰੰਤੂ ਕਰਨ ਵਾਲੇ? ਜੇ ਏਡੀ ਗੱਲ ਹੈ, ਜੀ ਜਾ ਕੇ ਕੋਰਟ 'ਚ ਖੜ ਜਾਓ। ਗੱਲ ਇਲੀਗਲ ਤਾਂ ਕੋਈ ਨਹੀਂ ਕੀਤੀ ਜਥੇਦਾਰ ਸਾਹਿਬ ਨੇ। ਉਹਨਾਂ ਨੇ ਕਿਹਾ ਕਿ ਲਾਇਸੈਂਸੀ ਹਥਿਆਰ ਰੱਖਣਾ ਚਾਹੀਦੇ। ਕੌਣ ਰੱਖੇ ਹੋਏ ਨੇ? ਪਹਿਲਾਂ ਤੋਂ ਰੱਖੇ ਹੋਏ ਨੇ। ਕਿਹਦੇ ਕੋਲ ਨਹੀਂ ਹੈਗੇ ਹਥਿਆਰ? ਕੀ ਜਿਹੜੇ ਆਫੀਸਰ ਨੇ ਉਹਨਾਂ ਦੇ ਕੋਲ ਲਾਇਸੈਂਸੀ ਹਥਿਆਰ ਨਹੀਂ ਹੈਗੇ ਆਪਣੇ ਘਰਾਂ 'ਚ? ਕੀ ਜੇ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਨੇ ਉਹਨਾਂ ਦੇ ਬੱਚੇ ਪੜ੍ਹ ਲਿਖਦੇ ਨਹੀਂ ਹੈਗੇ? ਕਿ ਸਾਰੇ ਜੇਲ੍ਹਾਂ 'ਚ ਬੈਠੇ ਨੇ? ਇਹ ਬਿਨਾਂ ਗੱਲ ਤੋਂ ਸੋਚ ਸਮਝ ਕੇ ਇਹਨੂੰ ਬਖੇੜਾ ਖੜਾ ਕਰਤਾ ਇੱਕ ਸਮਾਜ 'ਚ ਪਾੜਾ ਪਾਉਣ ਵਾਸਤੇ। ਇਸ ਬਿਆਨ ਦੇ ਉੱਤੇ ਐਂ ਕਹਿ ਲਓ ਹਰ ਰੋਜ਼ ਡਿਬੇਟਸ ਹੋਣ ਲੱਗ ਗਈਆਂ, ਚਰਚਾਵਾਂ ਹੋਣ ਲੱਗ ਗਈਆਂ ਬਿਨਾਂ ਗੱਲ ਤੋਂ, ਬੇਵਜ੍ਹਾ ਹੈ। ਜਿਸਦਾ ਮਤਲਬ ਜਿਹਦਾ ਮਨ ਮੰਨਦਾ ਉਹਨੇ ਲਿਆ ਹੋਇਆ, ਪਹਿਲਾਂ ਵੀ ਲਿਆ ਹੋਇਆ, ਅੱਗੇ ਵੀ ਰੱਖੇਗਾ। ਕਾਨੂੰਨ ਆਗਿਆ ਦੇ ਰਿਹਾ, ਬਸ ਗੱਲ ਇੰਨੀ ਕੁ ਜੀ। ਪਰਮਿੰਦਰ ਜੀ, ਇੱਕ ਰਿਪੋਰਟ ਨਿਕਲ ਕੇ ਆਉਂਦੀ ਹੈ ਵਰਲਡ ਲੈਵਲ ਤੇ ਕਿ ਹਰ 33 ਘੰਟੇ 'ਚ ਇੱਕ ਵਿਅਕਤੀ ਅਰਬਪਤੀ ਬਣਦਾ। ਕਰੋਨਾ ਦੇ ਦੌਰਾਨ 2 ਸਾਲ ਦੇ ਵਿੱਚ ਬੇਸ਼ੁਮਾਰ ਵਾਧਾ ਹੋਇਆ ਉਹਨਾਂ ਇਨਸਾਨਾਂ ਦੀ ਦੌਲਤ ਦੇ ਵਿੱਚ, ਜੋ ਇਨਸਾਨ ਸਰਕਾਰਾਂ ਦੇ ਨਾਲ ਮਿਲ ਕੇ ਇਨਸਾਈਡ ਇਨਫੋਰਮੇਸ਼ਨ ਪ੍ਰਾਪਤ ਕਰਕੇ ਲੋਕਾਂ ਦੇ ਪੈਸੇ ਦੇ ਨਾਲ ਮਿਲੀਅਨਰਸ ਅਰਬਪਤੀ ਬਣਦੇ ਹੋਏ ਜਾ ਰਹੇ ਨੇ। ਉਹਨਾਂ ਦੀ ਗਿਣਤੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧਣ ਵਾਲੀ ਹੈ। ਇੱਕ ਪਾਸੇ ਦੇਖੋ ਤੁਸੀਂ ਕਿ ਹਰ 33 ਘੰਟੇ ਦੇ ਵਿੱਚ ਇੱਕ ਵਿਅਕਤੀ ਅਰਬਪਤੀ ਬਣ ਰਿਹਾ, ਦੂਜੇ ਪਾਸੇ ਸੰਸਾਰ ਦੇ ਹਾਲਾਤ ਨੇ ਕਿ ਹਰ 24 ਘੰਟੇ ਵਿੱਚ 3 ਕਿਸਾਨ, 2 ਮਜ਼ਦੂਰ ਖੁਦਕੁਸ਼ੀ ਕਰ ਰਹੇ ਨੇ। ਆਹ ਪਾੜਾ ਜਿਹੜਾ ਸਰਕਾਰਾਂ ਕਹਿੰਦੀਆਂ ਨੇ ਕਿ ਵਿਕਾਸ ਦੀ ਗੱਲ ਕਰਦੀਆਂ ਨੇ ਸਰਕਾਰਾਂ, ਆਹ ਪਾੜਾ ਇਹੋ ਜਿਹਾ ਕਾਰਪੋਰੇਟ ਹਾਊਸ ਤੇ ਇੱਕ ਲੋਅਰ ਕਲਾਸ ਦੇ ਲੋਕ ਨੇ, ਮਜ਼ਦੂਰ ਕਿਸਾਨ ਜੋ ਕਲਾਸ ਨੇ, ਉਹਨਾਂ ਦੇ ਵਿੱਚ ਸਰਕਾਰਾਂ ਨੇ ਖੜਾ ਕਰਤਾ, ਜਦੋਂ ਸਰਕਾਰਾਂ ਨੇ ਦੇਸ਼ ਵੇਚਤੇ ਉਹਨਾਂ ਉਦਯੋਗਪਤੀਆਂ ਨੂੰ। ਦੇਖੋ, ਜਿਹੜੀਆਂ ਆਰਥਿਕ ਆਪਾਂ ਕਹਿ ਲਓ ਕਿ ਮੁਸ਼ਕਲਾਂ ਨੇ, ਹਰੇਕ ਦੇਸ਼ ਅੱਜ ਝੱਲ ਰਹੇ ਹੈ। ਤੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਦੱਸਣ ਵਾਸਤੇ ਆਪਾਂ ਕਹਿ ਲਓ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਮਰੀਕਾ ਵਰਗੇ ਦੇਸ਼ ਨੇ, ਜਿਹੜੇ ਜਿਨ੍ਹਾਂ ਨੂੰ ਵਰਲਡ ਪਾਵਰ ਮੰਨਿਆ ਜਾਂਦਾ ਹੈ, ਅਮਰੀਕਾ ਵਰਗੇ ਜਾਂ ਯੂਰਪੀਅਨ ਹੋਰ ਕੰਟਰੀ ਨੇ, ਯੂਰਪੀਅਨ ਕੰਟਰੀ ਜਿਹੜੇ ਹੈਗੇ ਨੇ, ਉਹਨਾਂ ਨੂੰ ਉਹ ਵੀ ਆਪਣੀ ਆਰਥਿਕਤਾ ਦੀ ਜਿਹੜੀ ਕਮਜ਼ੋਰੀ ਹੈ ਜਾਂ ਮਜ਼ਬੂਤੀ ਟੁੱਟੀ ਹੈ ਕਿਸੇ ਤਰੀਕੇ ਨਾਲ, ਉਹਦਾ ਬਿਆਨ ਕਰਨਾ ਨਹੀਂ ਭੁੱਲ ਰਹੇ। ਪਰ ਇਹ ਗੱਲ ਕਰ ਰਹੇ ਨੇ ਕਿ ਮੁਸ਼ਕਲਾਂ ਹੈਗੀਆਂ ਨੇ ਪਰ ਸਾਨੂੰ ਘੱਟ ਨੇ। ਯਾਨੀ ਕਿ ਆਰਥਿਕ ਮੰਦੀ ਤਾਂ ਉੱਥੇ ਵੀ ਹੈ, ਪਰ ਹੁਣ ਵਰਲਡ ਲੈਵਲ ਤੇ ਜੇ ਦੇਖਿਆ ਜਾਵੇ, ਬਹੁਤ ਕੁਝ ਇਸ ਤਰ੍ਹਾਂ ਦਾ ਹੋਇਆ ਜਿਹੜਾ ਕਾਰਪੋਰੇਟ ਘਰਾਣਿਆਂ ਨੂੰ ਫਾਇਦੇ ਦੇਣ ਵਾਸਤੇ ਹੀ ਹੋਇਆ। ਚਾਹੇ ਕੋਈ ਬਿਮਾਰੀ ਦਾ ਨਾਂ ਲੈ ਦੋ, ਚਾਹੇ ਕੋਈ ਕੁਝ ਹੋਰ ਕਹਿ ਲਓ, ਚਾਹੇ ਮੈਡੀਸਨ ਕਹਿ ਲਓ। ਮੈਂ ਤਾਂ ਇੱਥੋਂ ਤੱਕ ਕਹਿੰਦਾ ਕਿ ਜੇ ਪੈਟਰੋਲ ਦੀਆਂ ਕੀਮਤਾਂ ਵਧੀਆਂ ਘਟੀਆਂ ਨੇ, ਇਹ ਵੀ ਸਿੱਧੇ ਤੌਰ ਤੇ ਪਤਾ ਹੀ ਹੈ ਸਭ ਨੂੰ ਕਿ ਫਾਇਦਾ ਦੇਣ ਵਾਸਤੇ ਹੋਇਆ। ਜਿੱਦਾਂ ਤੁਸੀਂ ਗੱਲ ਕੀਤੀ ਕਿ 33 ਘੰਟਿਆਂ ਦੇ ਵਿੱਚ ਇੱਕ ਬੰਦਾ ਕਾਰਪੋਰੇਟ ਘਰਾਣਿਆਂ ਦਾ ਕਹਿ ਲਓ ਆਪਾਂ ਵੀ, ਉਹ ਅਰਬਪਤੀ ਕਰੋੜਪਤੀ ਬਣਦਾ ਜਾ ਰਿਹਾ ਹੈ। ਤੇ 24 ਘੰਟਿਆਂ ਦੇ ਵਿੱਚ 5 ਖੁਦਕੁਸ਼ੀਆਂ। 5 ਤਾਂ ਚਲੋ ਆਪਾਂ ਇੱਧਰ ਗੱਲ ਕਰ ਲੈਂਦੇ ਹਾਂ ਨਾ, ਸਾਡੇ ਵਾਲੇ ਪਾਸੇ। ਤੇ ਵਰਲਡ ਲੈਵਲ ਤੇ ਦੇਖਿਆ ਜਾਵੇ, ਬਥੇਰੇ ਮਜ਼ਦੂਰ ਜਾਂ ਗਰੀਬ ਨੇ ਜਿਹੜੇ ਲੋਕ, ਉਹ ਖੁਦਕੁਸ਼ੀ ਦਾ ਰਾਹ ਅਪਣਾਉਂਦੇ ਨੇ ਆਰਥਿਕਤਾ ਦੇ ਮਾਰੇ ਹੋਏ ਕਹਿ ਲਓ। ਤੇ ਜੇ ਆਹੀ ਗੱਲ ਨਹੀਂ ਕੱਲੀ ਕਿ 33 ਘੰਟੇ 'ਚ ਅਰਬਪਤੀ ਜਾਂ ਕਰੋੜਪਤੀ ਬਣ ਰਿਹਾ ਬੰਦਾ, ਇਹ ਸਾਰਾ ਵਾਤਾਵਰਨ ਕਹਿ ਲਓ, ਵਾਤਾਵਰਨ ਜਿਹੜਾ ਆਰਥਿਕਤਾ ਦਾ ਜਿਹੜਾ ਵਾਤਾਵਰਨ ਹੈ, ਉਹ ਤਿਆਰ ਕੀਤਾ ਜਾਂਦਾ ਹੈ। ਉਹਦੇ ਲਈ ਬਕਾਇਦਾ ਤੌਰ ਤੇ ਟੀਮਾਂ ਬਿਠਾਈਆਂ ਹੋਈਆਂ ਨੇ, ਦੇਸ਼ਾਂ ਨੇ ਅਲੱਗ ਬਿਠਾਈਆਂ ਹੋਈਆਂ ਨੇ, ਪੋਲੀਟੀਸ਼ੀਅਨਾਂ ਨੇ ਅਲੱਗ ਬਿਠਾਈਆਂ ਹੋਈਆਂ ਨੇ, ਕਾਰਪੋਰੇਟ ਘਰਾਣਿਆਂ ਨੇ ਅਲੱਗ ਬਿਠਾਈਆਂ ਹੋਈਆਂ ਨੇ। ਉਹ ਸਾਰਾ ਕੁਝ ਇਸੇ ਤੇ ਤੈਅ ਕਰਦੀਆਂ ਨੇ ਕਿ ਕਿਹੜਾ ਦੇਸ਼ ਕਿੱਥੇ ਕੀ ਮਾਰਕੀਟਿੰਗ ਹੋ ਰਹੀ ਹੈ, ਕਿੱਥੇ ਕਿੱਦਾਂ ਦਾ ਟੀਕਾ ਲਾਉਣਾ ਲੋਕਾਂ ਦੇ, ਕੀ ਕਰਨਾ। ਹੁਣ ਭਾਵੇਂ ਆਰਥਿਕਤਾ ਵਰਲਡ ਲੈਵਲ ਦੇ ਉੱਤੇ ਡਗਮਗਾਈ ਹੈ, ਪਰ ਜਿਹੜੇ ਦੇਸ਼ਾਂ ਨੇ ਸੰਭਲਣਾ ਸੀ, ਜਿਵੇਂ ਚਾਈਨਾ ਵਰਗੇ ਦੇਸ਼ ਨੇ, ਉਹ ਸੰਭਲੇ ਵੀ ਨੇ। ਹਾਲਾਂਕਿ ਚਾਈਨਾ ਨੇ ਇਸ ਮੀਟਿੰਗ ਦੇ ਵਿੱਚ ਆਪਾਂ ਕਹਿ ਲਓ ਕਿ ਉਹ ਤੋਂ ਬਾਅਦ ਬਿਆਨ ਦਿੱਤਾ ਹੈ ਕਿ ਜਿਹੜੇ ਏਸ਼ੀਆ ਦੇ ਦੇਸ਼ ਨੇ,
ਉਹ ਆਪਸੀ ਤਲਖੀ ਤੋਂ ਬਚਣ, ਤਾਂ ਕਿ ਜਿਹੜੇ ਦੂਜੇ ਕੰਟਰੀ ਨੇ ਉਹ ਇਹਦਾ ਫਾਇਦਾ ਨਾ ਲੈਣ ਇਸ ਤਲਖੀ ਦਾ। ਤੇ ਸਾਡੇ ਵਾਲੇ ਤਾਂ ਤਲਖੀ ਤੋਂ ਬਿਨਾਂ ਰਾਜਨੀਤੀ ਨਹੀਂ ਕਰਦੇ ਹੈਗੇ। ਇਹਨਾਂ ਨੇ ਤਾਂ ਦੇਖਣਾ ਨਹੀਂ ਲੋਕਾਂ ਦਾ ਜਿਹੜਾ ਮਹਿੰਗਾਈ ਕਾਰਨ ਲੋਕਾਂ ਦਾ ਜਿਹੜਾ ਕਚੁੰਬਰ ਨਿਕਲਿਆ ਹੈ, ਉਹ ਵਰਲਡ ਲੈਵਲ ਤੇ ਨਿਕਲਿਆ। ਭਾਰਤ ਦਾ ਤਾਂ ਬੁਰਾ ਹਾਲ ਹੈ। ਭਾਰਤ ਪਾਕਿਸਤਾਨ ਵਰਗੇ ਦੇਸ਼ ਆ, ਸ੍ਰੀਲੰਕਾ ਦਾ ਦੇਖ ਲਓ ਤੁਸੀਂ ਕੀ ਹਾਲ ਹੋਇਆ ਹੋਇਆ। ਤੇ ਉਹ ਚੀਜ਼ਾਂ ਸਿਰਫ ਇਹ ਪੋਲੀਟੀਸ਼ੀਅਨ ਇਸ ਕਰਕੇ ਨਹੀਂ ਦੇਖਦਾ ਕਿਉਂਕਿ ਇਹਨਾਂ ਨੇ ਸੱਤਾ 'ਚ ਰਹਿਣਾ। ਪਰ ਹੁਣ ਵਿਚਾਰ ਇਹ ਆਉਣ ਲੱਗ ਗਿਆ ਨਾਲ ਨਾਲ ਕਿ ਜਿਹੜੇ ਟੈਕਸ ਨੇ ਕਾਰਪੋਰੇਟ ਘਰਾਣੇ ਵੀ ਮੰਨਣ ਲੱਗ ਗਿਆ ਕਿ ਟੈਕਸ ਸਾਨੂੰ ਲਾ ਲੈਣੇ ਚਾਹੀਦੇ ਥੋੜੇ ਬਹੁਤੇ, ਜਦੋਂ ਤੱਕ ਆਰਥਿਕਤਾ ਮਜ਼ਬੂਤ ਨਹੀਂ ਹੁੰਦੀ ਕੰਟਰੀਆਂ ਦੀ। ਬਾਕੀ ਸਾਰੇ ਦੇਸ਼ਾਂ ਦੇ ਵਿੱਚ ਕਿਸੇ ਨਾ ਕਿਸੇ ਪੱਧਰ ਤੇ ਆ ਕੇ ਖੜ ਨਹੀਂ ਜਾਂਦੀ, ਆਰਥਿਕਤਾ ਮਜ਼ਬੂਤੀ ਦਾ ਪੱਧਰ ਕਹਿ ਲਓ, ਆਧਾਰ ਕਹਿ ਲਓ, ਉਹ ਨਹੀਂ ਬਣਦਾ। ਕਿਉਂਕਿ ਜੇ ਉਹ ਨਹੀਂ ਕਰਨਗੇ ਇਸ ਤਰ੍ਹਾਂ ਕੁਝ, ਤੇ ਮੇਰੇ ਖਿਆਲ ਨਾਲ ਆਰਥਿਕਤਾ ਡਗਮਗਾਊਗੀ, ਲੋਕ ਗਰੀਬ ਹੁੰਦੇ ਜਾਣਗੇ, ਤਾਂ ਉਹਨਾਂ ਦਾ ਬਿਜ਼ਨਸ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੁੰਦਾ ਹੈ। ਪਰ ਇਸ ਗੱਲ ਨਾਲ ਇੱਕ ਦੂਜੀ ਧਿਰ ਖੜੀ ਹੋਈ ਹੈ, ਉਹ ਕਹਿੰਦੀ ਕਿ ਇਸ ਤਰ੍ਹਾਂ ਦੇ ਟੈਕਸ ਜਿਹੜੇ ਹੈਗੇ ਸਾਨੂੰ ਸਵੀਕਾਰ ਨਹੀਂ ਹੈਗੇ। ਆਪਸ ਵਿੱਚ ਉਹਨਾਂ ਦਾ ਕਲੇਸ਼ ਇਦਾਂ ਦਾ ਕਲਾ ਪਿਆ ਹੋਇਆ ਹੈ। ਮੈਂ ਗੱਲ ਕਰ ਰਿਹਾ ਸੀ ਕਾਰਪੋਰੇਟ ਘਰਾਣਿਆਂ ਦੀ। ਪਿਛਲੇ 2 ਸਾਲਾਂ 'ਚ 19-20 ਦਾ ਜੇ ਅੰਕੜਾ ਦੇਖਿਆ ਜਾਵੇ ਤਾਂ ਜਿਹੜੇ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਸੀ, ਤੁਸੀਂ ਪਤਾ ਹੀ ਹੈ ਤੁਹਾਨੂੰ, ਕਿ ਡਿੱਗੀਆਂ, ਖਤਮ ਹੋਈਆਂ। ਇੱਕ ਤਰ੍ਹਾਂ ਨਾਲ ਕਰੋਨਾ ਦਾ ਕਾਲ ਸੀਗਾ, ਤੇ ਇਹਦੇ ਕਰਕੇ ਜਿਹੜੀਆਂ ਗੱਡੀਆਂ ਬਣਾਉਣ ਵਾਲੇ, ਕਾਰਾਂ ਬਣਾਉਣ ਵਾਲੇ ਜਿਹੜੇ ਵੱਡੇ ਘਰਾਣੇ ਸੀਗੇ, ਕੰਪਨੀਆਂ ਸੀਗੀਆਂ, ਵਰਲਡ ਲੈਵਲ ਤੇ ਉਹਨਾਂ ਨੇ ਡਿਸੀਜਨ ਲਿਆ ਕਿ ਜਿਹੜੀ ਇਹ ਪੈਟਰੋਲ ਜਾਂ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਨੇ, ਇਹਨਾਂ ਦੀ ਪ੍ਰੋਡਕਸ਼ਨ ਬੰਦ ਕਰਕੇ ਨਵੀਆਂ ਇਲੈਕਟ੍ਰੋਨਿਕ ਗੱਡੀਆਂ ਲੈ ਕੇ ਲਿਆਂਦਾ ਜਾਵੇ। ਹੁਣ ਉਹਦੇ ਵਿੱਚ ਕੀ ਕਰਿਆ ਉਹਨਾਂ ਨੇ, ਇੱਕ ਕਮਾਈ ਤਾਂ ਉਹਨਾਂ ਨੂੰ ਆਪਣੀ ਦਿਖ ਰਹੀ ਸੀਗੀ ਕਿ ਪੈਟਰੋਲ ਜਿਹੜਾ ਸਤਰ ਨੀਵਾਂ ਹੁੰਦਾ ਜਾ ਰਿਹਾ। ਪੈਟਰੋਲ ਕੰਪਨੀਆਂ ਵੀ ਨੇ, ਤੇਲ ਕੰਪਨੀਆਂ ਜਿਹੜੀਆਂ ਹੈਗੇ ਨੇ, ਉਹਨਾਂ ਨੇ ਗੱਡੀਆਂ ਵਾਲੇ ਨਾਲ ਸਮਝੌਤਾ ਕਰਕੇ ਇਸ ਤਰ੍ਹਾਂ ਦੀ ਕੋਈ ਗੱਲ ਬਣਾਈ ਕਿ ਨਵਾਂ ਲਿਆਓ, ਤੇ ਵਾਤਾਵਰਨ ਦਾ ਵਿੱਚ ਪਾਤਾ ਕਿ ਵਾਤਾਵਰਨ ਖਰਾਬ ਹੁੰਦਾ, ਪ੍ਰਦੂਸ਼ਿਤ ਹੁੰਦਾ। ਤੇ ਉਹ ਪ੍ਰਦੂਸ਼ਣ ਨੂੰ ਘਟਾਉਣ ਵਾਸਤੇ, ਗਲੋਬਲ ਵਾਰਮਿੰਗ ਨੂੰ ਘਟਾਉਣ ਵਾਸਤੇ ਨਵਾਂ ਕਦਮ ਚੱਕਿਆ ਜਾ ਰਿਹਾ। ਕਾਰਪੋਰੇਟ ਘਰਾਣੇ, ਤੇਲ ਕੰਪਨੀਆਂ ਜਿਹੜੀਆਂ ਨਾਲ ਰਲ ਕੇ ਚੱਲ ਰਹੀਆਂ ਨੇ, ਕਿਉਂਕਿ ਉਹਨਾਂ ਨੂੰ ਘਾਟਾ ਦਿਖਣ ਲੱਗ ਗਿਆ ਸੀਗਾ 2 ਸਾਲਾਂ ਦੇ ਵਿੱਚ। ਲੇਕਿਨ 2021 ਦੇ ਵਿੱਚ 21 ਜਦੋਂ ਖਤਮ ਹੋਇਆ ਕਰੋਨਾ, 21 ਉਹ ਤੋਂ ਬਾਅਦ ਦਾ ਗੱਲ 2022 ਤੱਕ ਦਾ ਕਹਿ ਲਓ, 3-4 ਮਹੀਨਿਆਂ ਦਾ ਜਿਹੜਾ ਹੈਗਾ ਸਫ਼ਰ, ਇਹਦੇ ਵਿੱਚ 1.5 ਲੱਖ ਕਰੋੜ ਰੁਪਏ ਦਾ ਜਦੋਂ ਮੁਨਾਫਾ ਹੋਇਆ 2-3 ਮਹੀਨਿਆਂ ਦੇ ਵਿੱਚ ਤੇਲ ਕੰਪਨੀਆਂ ਨੂੰ। ਤੇ ਹੁਣ ਜਦੋਂ ਮੀਟਿੰਗ ਦੁਬਾਰੇ ਹੋਈ ਹੈ ਉਹਨਾਂ ਦੀ, ਤਾਂ ਉਹਨਾਂ ਨੇ ਵਾਤਾਵਰਨ ਵਾਲਾ, ਪ੍ਰਦੂਸ਼ਿਤ ਵਾਲਾ ਮਸਲਾ ਹੀ ਛੱਡਤਾ। ਯੂਕਰੇਨ ਰੂਸ ਕਰਕੇ ਤੁਸੀਂ ਦੇਖਿਆ ਕਿ ਕੀਮਤਾਂ ਦੇ ਵਿੱਚ ਫੇਰ ਇਜ਼ਾਫਾ ਹੋ ਗਿਆ। ਤੇ ਏਡੇ ਵੱਡੇ ਵਾਧੇ ਨੂੰ ਦੇਖ ਕੇ ਉਹਨਾਂ ਨੇ ਉਹ ਗੱਲ ਹੀ ਨਹੀਂ ਵਿਚਾਰੀ ਕਿ ਪ੍ਰਦੂਸ਼ਿਤ ਵਾਤਾਵਰਨ ਸੀਗਾ ਜਾਂ ਜਿਹੜੀਆਂ ਵੱਡੀ ਗਲੋਬਲ ਵਾਰਮਿੰਗ ਦੀ ਚਿੰਤਾ ਸੀਗੀ, ਉਹ ਖਤਮ ਹੀ ਹੋ ਗਈ ਚੀਜ਼। ਕਹਿੰਦੇ ਛੱਡੋ ਇਹਨੂੰ, ਜੋ ਆਉਣਾ ਸੀ ਆਉਣ ਤੋਂ। ਹੁਣ ਤੇਲ ਠੀਕ ਹੋ ਗਏ, ਕੰਪਨੀਆਂ ਨੂੰ ਫਾਇਦਾ ਹੋਣ ਲੱਗ ਗਿਆ, ਕਾਰਾਂ ਵੀ ਬਣਾਓ। ਹੁਣ ਉਹ ਸਾਰਾ ਕੁਝ ਦੁਬਾਰਾ ਫੇਰ ਉਹ ਹੋਇਆ ਗਿਆ। ਅੱਜ ਜਿਹੜੀ ਮੀਟਿੰਗ ਹੋਈ ਸੀ ਇਹਨਾਂ ਦੀ, ਉਹਦੇ ਵਿੱਚ ਇਹ ਚੀਜ਼ ਛੱਡ ਹੀ ਦਿੱਤੀ ਹੈ। ਸੋ ਜਿਹੜੀ ਚੀਜ਼ ਕਾਰਪੋਰੇਟ ਘਰਾਣਿਆਂ ਨੂੰ ਚੰਗੀ ਲੱਗਦੀ ਹੈ, ਉਸੇ ਅਕੋਰਡਿੰਗ ਵਾਤਾਵਰਨ ਨੂੰ ਵੀ ਨਾਲ ਲਾਉਂਦੇ ਨੇ, ਆਰਥਿਕ ਤੌਰ ਤੇ ਦੂਜੇ ਦੇਸ਼ਾਂ ਨੂੰ ਤੇ ਆਪਣੇ ਦੇਸ਼ਾਂ ਨੂੰ ਨਾਲ ਰਲਾ ਲੈਂਦੇ ਨੇ, ਨਾਲ ਪੋਲੀਟੀਸ਼ੀਅਨ ਨਾਲ ਦਿੰਦੇ ਨੇ। ਇਹ ਇੱਕ ਆਪਾਂ ਕਹਿ ਲਓ ਚੇਨ ਦਾ, ਕੜੀ ਦਾ ਕੰਮ ਕਰ ਰਹੇ ਨੇ ਤਿੰਨੋਂ ਚਾਰੇ ਮਿਲ ਕੇ। ਇਹਨਾਂ ਨੇ ਇਹੀ ਰੱਖਿਆ ਹੈ ਕਿ ਆਪਣੇ ਫਾਇਦੇ ਦੇ ਲਈ ਅਸੀਂ ਕੀ ਕੁਝ ਕਰ ਸਕਦੇ ਹਾਂ, ਲੋਕਾਂ ਨੂੰ ਕਿਵੇਂ ਪ੍ਰਭਾਵਿਤ ਕਰਨਾ। ਸਕੀਮਾਂ, ਪਲੈਨਿੰਗ ਇਦਾਂ ਦੀ ਹੁੰਦੀ ਹੈ ਕਿ ਲੋਕ ਕਹਿਣ ਕਿ ਹਾਂ ਇਹੀ ਚੀਜ਼ ਵਧੀਆ ਹੈ, ਇਹਦੇ ਤੇ ਹੀ ਖਰਚ ਹੋਣਾ ਚਾਹੀਦਾ। ਬੜਾ ਕੁਝ ਸੋਚ ਰਹੀ ਹੈ ਸਰਕਾਰ, ਵੀ ਬਹੁਤ ਸੋਚ ਰਹੀ ਹੈ। ਆਪਾਂ ਪਹਿਲਾਂ ਵੀ ਕਿਹਾ ਸੀ ਗੱਠਜੋੜ ਹੈ ਇਹ ਰਾਜਨੀਤਿਕ ਪਾਰਟੀਆਂ ਦਾ ਤੇ ਕਾਰਪੋਰੇਟ ਘਰਾਣਿਆਂ ਦਾ। ਨਾ ਹੀ ਰਾਜਨੀਤੀ ਪਾਰਟੀ ਹੈ ਜਿਹੜੀ ਉਹ ਕਾਰਪੋਰੇਟ ਘਰਾਣੇ ਤੋਂ ਬਿਨਾਂ ਚੱਲਦੀ ਹੈ, ਨਾ ਹੀ ਕਾਰਪੋਰੇਟ ਘਰਾਣੇ ਰਾਜਨੀਤੀ ਤੋਂ ਬਿਨਾਂ, ਯਾਨੀ ਕਿ ਸਰਕਾਰ ਤੋਂ ਬਿਨਾਂ ਚੱਲਦੇ ਨੇ। ਇਹ ਰਲ ਮਿਲ ਕੇ ਚੱਲਦੇ ਨੇ। ਇਹ ਵਰਲਡ ਲੈਵਲ ਤੇ ਚੱਲ ਰਿਹਾ, ਇਹ ਮਾਰਕੀਟਿੰਗ ਦਾ ਫੰਡ ਹੈ ਇਹ। ਤੇ ਜੇ ਅਮੀਰ ਹੋ ਰਹੇ ਨੇ ਕਾਰਪੋਰੇਟ ਘਰਾਣੇ, ਤਾਂ ਗਰੀਬਾਂ ਦਾ ਕਚੁੰਬਰ ਕੱਢ ਕੇ ਹੋ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਖਿਆਲ ਨਾਲ ਆਰਥਿਕਤਾ ਜਿਹੜੀ ਹੈਗੀ ਹੋਰ ਡਗਮਗਾਊਗੀ। ਜੀ ਬਿਲਕੁਲ। ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਖਬਰ ਦੇ ਵਿਚਾਰ ਚਰਚਾ ਕਰਨ ਦੇ ਲਈ, ਧੰਨਵਾਦ। ਸ਼ੁਕਰੀਆ ਗੁਰਿੰਦਰ ਜੀ, ਧੰਨਵਾਦ। ਦੋਸਤੋ ਸਾਡੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਦੇ। ਧੰਨਵਾਦ।